ਹੈਡਲਾਈਨਜ਼ ਭਾਰਤ ਦੇਖ ਰਹੇ ਸਮੂਹ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਟਿੱਬਾ ਹਾਰਦਿਕ ਸਵਾਗਤ ਕਰਦਾ ਹਾਂ। ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਜੂਨ ਦੇ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੀ ਆੜ ਹੇਠ 3 ਆਰਡੀਨੈਂਸ ਪਾਸ ਕੀਤੇ ਗਏ। ਕੇਂਦਰ ਸਰਕਾਰ ਅਤੇ ਇਸ ਦੀਆਂ ਸੱਤਾਧਾਰੀ ਭਾਈਵਾਲ ਸਿਆਸੀ ਪਾਰਟੀਆਂ ਇਹ ਪ੍ਰਚਾਰ ਕਰ ਰਹੀਆਂ ਨੇ ਕਿ ਇਹ ਖੇਤੀ ਸੁਧਾਰਾਂ ਦਾ ਇੱਕ ਵੱਡਾ ਉਪਰਾਲਾ ਹੈ, ਜਿਸ ਨੂੰ ਲੈ ਕੇ ਕਿਸਾਨ ਦਾ ਜਿਹੜਾ ਫਾਇਦਾ ਹੋਏਗਾ। ਭਵਿੱਖ ਦੇ ਵਿੱਚ ਕਿਸਾਨ ਆਪਣੀ ਫਸਲ ਭਾਰਤ ਦੇ ਵਿੱਚ ਕਿਸੇ ਵੀ ਥਾਂ 'ਤੇ ਵੇਚ ਸਕਦਾ ਜਿੱਥੇ ਉਹਨੂੰ ਵੱਧ ਲਾਭ ਹੁੰਦਾ ਹੋਵੇ। ਕੇਂਦਰ ਸਰਕਾਰ ਵੱਲੋਂ ਇਹਨਾਂ ਆਰਡੀਨੈਂਸਾਂ ਰਾਹੀਂ ਕਿਸਾਨ ਦੀ ਜਿਹੜੀ ਲੁੱਟ ਹੈ ਉਸ ਦਾ ਪ੍ਰਬੰਧ ਕੀਤਾ ਜਾ ਰਿਹਾ ਤਾਂ ਕਿ ਸਰਮਾਏਦਾਰੀ ਸਿਸਟਮ ਉਹਨਾਂ ਦੇ ਲੁੱਟਣ ਲਈ ਰਾਹ ਪੱਧਰਾ ਕੀਤਾ ਜਾ ਸਕੇ। ਇਹਨਾਂ ਤਿੰਨਾਂ ਆਰਡੀਨੈਂਸਾਂ ਦੇ ਵਿੱਚ ਕੀ ਗੱਲ ਕੀਤੀ ਗਈ ਹੈ, ਪੰਜਾਬ ਦੀ ਕਿਸਾਨੀ ਜਾਂ ਭਾਰਤ ਦੀ ਕਿਸਾਨੀ ਦੇ ਉੱਤੇ ਇਸ ਦਾ ਕੀ ਅਸਰ ਪਏਗਾ, ਕਿਉਂਕਿ ਵੱਡੀ ਪੱਧਰ ਦੇ ਉੱਤੇ ਇਹ ਆਰਡੀਨੈਂਸਾਂ ਨੂੰ ਲੈ ਕੇ ਬਹਿਸ ਛਿੜ ਗਈ ਹੈ ਪੂਰੇ ਭਾਰਤ ਦੇ ਅੰਦਰ। ਜਿੱਥੇ ਕੇਂਦਰ ਦੀ ਸਰਕਾਰ ਵੱਲੋਂ ਇਹਨਾਂ ਨੂੰ ਕਿਸਾਨ ਪੱਖੀ ਦੱਸਿਆ ਜਾ ਰਿਹਾ ਹੈ, ਉੱਥੇ ਹੀ ਕਿਸਾਨ ਯੂਨੀਅਨਾਂ ਦੇ ਜਿਹੜੇ ਆਗੂ ਹੈ ਜਾਂ ਖੇਤੀ ਮਾਹਰ ਹੈ ਜਾਂ ਜਿਹੜੇ ਬੁੱਧੀਜੀਵੀ ਹੈ ਉਹ ਇਹ ਗੱਲ ਦਾ ਪ੍ਰਚਾਰ ਕਰ ਰਹੇ ਹੈ ਕਿ ਇਹ ਆਰਡੀਨੈਂਸ ਜੋ ਕੇਂਦਰ ਦੀ ਭਾਜਪਾ ਸਰਕਾਰ ਨੇ ਲਾਗੂ ਕੀਤੇ ਹੈ ਇਹ ਸਰਮਾਏਦਾਰੀ ਨੂੰ ਹੁਲਾਰਾ ਦੇਣ ਦੇ ਤੁੱਲ ਨੇ, ਹੁਲਾਰਾ ਦੇਣ ਦੇ ਸਮਾਨ ਨੇ, ਤਾਂ ਕਿ ਇਹ ਆਰਡੀਨੈਂਸ ਸਰਕਾਰ ਇੱਕ ਤਰ੍ਹਾਂ ਨਾਲ ਪੱਖ ਪੂਰ ਰਹੀ ਹੈ ਸਰਮਾਏਦਾਰੀ ਦਾ, ਤਾਂ ਕਿ ਖੇਤੀ ਸੈਕਟਰ ਦੇ ਵਿੱਚ ਜਿਹੜਾ ਉਹਨਾਂ ਦੀ ਲੁੱਟ ਦਾ ਪ੍ਰਬੰਧ ਕੀਤਾ ਜਾ ਸਕੇ, ਕਿਸਾਨਾਂ ਨੂੰ ਲੁੱਟਿਆ ਜਾ ਸਕੇ। ਜਿਹੜੇ ਦਾਅਵੇ ਸਰਕਾਰੀ ਪੱਧਰ 'ਤੇ ਕੀਤੇ ਜਾ ਰਹੇ ਹੈ ਅਤੇ ਕਿਸਾਨ ਆਗੂਆਂ ਵੱਲੋਂ ਜਿਹੜੇ ਤੌਖਲੇ ਪ੍ਰਗਟ ਕੀਤੇ ਜਾ ਰਹੇ ਹੈ, ਇਹਨਾਂ ਬਾਰੇ ਅੱਜ ਦੀ ਇਸ ਵੀਡੀਓ 'ਚ ਗੱਲਬਾਤ ਕਰਾਂਗੇ ਕਿ ਅਸਲ ਦੇ ਵਿੱਚ ਸੱਚਾਈ ਹੈ ਕੀ ਹੈ, ਕਿ ਸੱਚਮੁੱਚ ਹੀ ਜਿਹੜਾ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦਾ ਭਲਾ ਚਾਹੁੰਦੀ ਹੈ ਜਾਂ ਖੇਤੀ ਸੁਧਾਰਾਂ ਦੇ ਨਾਂ ਹੇਠ ਉਹ ਸਰਮਾਏਦਾਰੀ ਅਤੇ ਨਿੱਜੀਕਰਨ ਨੂੰ ਤਰਜੀਹ ਦੇ ਕੇ ਜਿਹੜਾ ਖੇਤੀ ਦਾ ਜਿਹੜਾ ਵਿਸ਼ਾ ਸੀ, ਜਿਹੜਾ ਇੱਕ ਰਾਜ ਦਾ ਵਿਸ਼ਾ ਸੀ, ਸਟੇਟ ਦਾ ਵਿਸ਼ਾ ਸੀ, ਉਹਦੇ ਉੱਤੇ ਕਾਬਜ਼ ਹੋਣ ਦੀ ਜਿਹੜੀ ਉਹਦੇ 'ਚ ਇੰਟਰਫੇਰੈਂਸ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿਸਾਨੀ ਉਪਜ ਵਪਾਰ ਅਤੇ ਵਣਜ ਆਰਡੀਨੈਂਸ 2020 ਦੇ ਵਿੱਚ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਆਰਡੀਨੈਂਸ ਦੇ ਰਾਹੀਂ ਭਾਜਪਾ ਸਰਕਾਰ ਜੋ ਕਿਸਾਨਾਂ ਨੂੰ ਖੁੱਲ੍ਹ ਦੇਣ ਜਾ ਰਹੀ ਹੈ ਕਿ ਕਿਸਾਨ ਆਪਣੀ ਫਸਲ ਜਿੱਥੇ ਚਾਹੁਣ ਉੱਥੇ ਵੇਚ ਸਕਦੇ ਹੈ, ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਦੇ ਉੱਤੇ ਪਾਬੰਦੀ ਸੀ ਕਿ ਉਹ ਆਪਣੇ ਸਟੇਟ ਤੋਂ ਬਾਹਰ ਜਾ ਕੇ ਆਪਣੀ ਫਸਲ ਨਹੀਂ ਵੇਚ ਸਕਦੇ ਸੀ। ਪਰ ਇਸ ਆਰਡੀਨੈਂਸ ਦੇ ਰਾਹੀਂ ਇਹ ਖੁੱਲ੍ਹ ਦਿੱਤੀ ਗਈ ਹੈ ਕਿ ਕਿਸਾਨ ਸਟੇਟ ਤੋਂ ਬਾਹਰ ਜਾ ਕੇ ਕਿਸੇ ਦੂਸਰੀ ਸਟੇਟ ਵਿੱਚ ਜਿਹੜੀ ਆਪਣੀ ਫਸਲ ਵੇਚ ਸਕਦੇ ਆ ਜਿੱਥੇ ਉਹਨਾਂ ਨੂੰ ਵੱਧ ਭਾਅ ਮਿਲ ਸਕਦਾ ਹੈ। ਇਸ ਦੇ ਨਾਲ ਹੀ ਇੱਕ ਹੋਰ ਬਹੁਤ ਅਹਿਮ ਗੱਲ ਇਸ ਦੇ ਵਿੱਚ ਕੀਤੀ ਗਈ ਹੈ ਕਿ ਜਿਹੜੀਆਂ ਸਰਕਾਰੀ ਮੰਡੀਆਂ ਪਹਿਲਾਂ ਦੀ ਤਰ੍ਹਾਂ ਕੰਮ ਕਰਦੀਆਂ ਰਹਿਣਗੀਆਂ ਅਤੇ ਇਸ ਦੇ ਪੈਰਲਰ, ਇਸ ਦੇ ਬਰਾਬਰ ਜਿਹੜਾ ਹੈਗਾ ਪ੍ਰਾਈਵੇਟ ਮੰਡੀਕਰਨ ਨੂੰ ਜਿਹੜਾ ਤਰਜੀਹ ਦਿੱਤੀ ਜਾਏਗੀ ਕਿ ਕਿਸਾਨ ਆਪਣੀ ਫਸਲ ਭਾਵੇਂ ਉਹ ਸਰਕਾਰੀ ਮੰਡੀ ਦੇ ਵਿੱਚ ਵੇਚੇ ਜਾਂ ਉਹ ਪ੍ਰਾਈਵੇਟ ਮੰਡੀ ਦੇ ਵਿੱਚ ਵੇਚੇ, ਉਹ ਕਿਸਾਨ ਦੀ ਜਿਹੜੀ ਹੈਗੀ ਹੈ ਸਵੈ ਇੱਛਾ ਹੋਏਗੀ। ਪਰ ਸਵਾਲ ਹੁਣ ਇਹ ਉੱਠਦਾ ਹੈ ਕਿ ਜਿਹੜੀ ਕੇਂਦਰ ਸਰਕਾਰ ਵੱਲੋਂ ਕੀਮਤ ਨਿਰਧਾਰਿਤ ਕੀਤੀ ਜਾਂਦੀ ਸੀ ਫਸਲ ਦੀ, ਭਾਵੇਂ ਉਹ ਝੋਨੇ ਦੀ ਫਸਲ ਹੋਵੇ ਜਾਂ ਕਣਕ ਦੀ ਫਸਲ ਹੋਵੇ, ਉਹਦੇ ਉੱਤੇ ਇੱਕ ਜਿਹੜੀ ਨਿਰਧਾਰਿਤ ਕੀਮਤ ਤੈਅ ਕੀਤੀ ਜਾਂਦੀ ਸੀ, ਉਸੇ ਆਧਾਰ ਦੇ ਉੱਤੇ ਜਿਹੜਾ ਹੈਗਾ ਸਰਕਾਰੀ ਮੰਡੀਆਂ ਦੇ ਵਿੱਚ ਉਹਨਾਂ ਦੀ ਫਸਲ ਦੀ ਖਰੀਦ ਹੁੰਦੀ ਸੀ। ਜਦ ਕਿ ਪ੍ਰਾਈਵੇਟ ਸੈਕਟਰ ਜਿਨ੍ਹਾਂ ਨੂੰ ਕੇਂਦਰ ਸਰਕਾਰ ਖੋਲ੍ਹਣ ਜਾ ਰਹੀ ਹੈ, ਇਜਾਜ਼ਤ ਦੇਣ ਜਾ ਰਹੀ ਹੈ ਕਿ ਪ੍ਰਾਈਵੇਟ ਜਿਹੜੀ ਖਰੀਦ ਹੈ ਉਹ ਕੀਤੀ ਜਾ ਸਕਦੀ ਹੈ, ਕਿਸਾਨ ਆਪਣੇ ਫਾਇਦੇ ਲਈ ਜਿਹੜਾ ਹੈਗਾ ਕਿਤੇ ਵੀ ਆਪਣੀ ਫਸਲ ਵੇਚ ਸਕਦਾ ਹੈ, ਪਰ ਉੱਥੇ ਜਿਹੜਾ ਘੱਟੋ ਘੱਟ ਨਿਰਧਾਰਿਤ ਮੁੱਲ ਹੈ ਜਿਹੜਾ ਉਹ ਤੈਅ ਨਹੀਂ ਕੀਤਾ ਜਾਏਗਾ ਪ੍ਰਾਈਵੇਟ ਸੈਕਟਰ ਦੇ ਵਿੱਚ। ਜਦ ਕਿ ਸਰਕਾਰੀ ਸੈਕਟਰ ਦੇ ਵਿੱਚ ਪਹਿਲਾਂ ਇਹ ਤੈਅ ਕੀਤਾ ਜਾਂਦਾ ਸੀ ਕਿ ਪ੍ਰਤੀ ਕੁਆਂਟਲ ਜਿਹੜੀ ਕਣਕ ਜਾਂ ਝੋਨੇ ਦੀ ਖਰੀਦ ਹੈ ਉਹ ਇੰਨੇ ਰੁਪਏ ਪ੍ਰਤੀ ਕੁਆਂਟਲ ਕੀਤੀ ਜਾਏਗੀ। ਪਰ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਮੰਡੀਆਂ ਨੂੰ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਜਿਹੜਾ ਹੈਗਾ ਘੱਟੋ ਘੱਟ ਨਿਰਧਾਰਿਤ ਮੁੱਲ ਦਾ ਕੋਈ ਜ਼ਿਕਰ ਨਹੀਂ ਹੈ, ਜਿਸ ਕਰਕੇ ਕਿਸਾਨਾਂ ਦੇ ਤੌਖਲੇ ਜਿਹੜੇ ਹੈਗੇ ਆ ਉਹ ਹੋਰ ਵੱਧ ਗਏ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਅੰਦਰ ਲਗਭਗ 86% ਜਿਹੜੇ ਕਿਸਾਨ ਹੈ, ਫਾਰਮਰ ਹੈ, ਉਹ ਉਹਨਾਂ ਦੇ ਕੋਲ 5 ਏਕੜ ਤੋਂ ਘੱਟ ਜਿਹੜੀ ਜ਼ਮੀਨ ਹੈ। ਜਦ ਕਿ ਅਸੀਂ ਹੋਰ ਡੂੰਘਾਈ ਨਾਲ ਇਹਨਾਂ ਅੰਕੜਿਆਂ ਨੂੰ ਦੇਖਦੇ ਹਾਂ ਤਾਂ ਘੱਟੋ ਘੱਟ 67% ਜਿਹੜੇ ਕਿਸਾਨ ਹੈ ਉਹ ਅਜਿਹੇ ਆ ਜਿਨ੍ਹਾਂ ਕੋਲ 2.5 ਏਕੜ ਤੋਂ ਜ਼ਮੀਨ ਘੱਟ ਹੈ। ਅਜਿਹੇ ਹਾਲਾਤਾਂ ਦੇ ਅਨੁਸਾਰ ਤੁਸੀਂ ਜਿਹੜਾ ਹੈਗਾ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ 5 ਏਕੜ ਤੋਂ ਘੱਟ ਕਿਸਾਨ ਹੈ ਜਾਂ ਜਿਹੜੇ 2.5 ਏਕੜ ਤੋਂ ਘੱਟ ਕਿਸਾਨ ਹੈ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਆਪਣੀ ਫਸਲ ਨੂੰ ਦੂਸਰੇ ਸੂਬੇ ਵਿੱਚ ਟਰਾਂਸਪੋਰਟ ਕਰਕੇ ਜਿਹੜਾ ਹੈਗਾ ਉੱਥੋਂ ਉਹ ਸੇਲ ਕਰਨਗੇ। ਇੱਕ ਤਰ੍ਹਾਂ ਨਾਲ ਖਰਚੇ ਬਹੁਤ ਵੱਧ ਜਾਣਗੇ ਅਤੇ ਜਿਹੜਾ ਮੁਨਾਫਾ ਹੈ ਉਹ ਬਹੁਤ ਘੱਟ ਜਾਏਗਾ। ਜਿੱਥੋਂ ਜਿਹੜਾ ਹੈਗਾ ਇੱਕ ਹੋਰ ਬਹੁਤ ਅਹਿਮ ਗੱਲ ਜਦੋਂ ਅਸੀਂ ਵਿਚਾਰਦੇ ਹਾਂ ਇਹਨਾਂ ਆਰਡੀਨੈਂਸਾਂ ਨੂੰ, ਤਾਂ ਉਹਦੇ 'ਚ ਕਿਹਾ ਗਿਆ ਹੈ ਕਿ ਪ੍ਰਾਈਵੇਟ ਦੇ ਕੋਲ ਜਿਹੜਾ ਹੈਗਾ ਪ੍ਰਾਈਵੇਟ ਸੈਲਰ ਕੋਲ ਕਿਸਾਨ ਨੂੰ ਵੱਧ ਭਾਅ ਮਿਲ ਸਕਦਾ। ਉਹ ਵੱਧ ਭਾਅ ਕਿਸ ਤਰ੍ਹਾਂ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ। ਜਦੋਂ ਅਸੀਂ ਪੰਜਾਬ ਦੀ ਮੰਡੀਕਰਨ ਸਿਸਟਮ ਨੂੰ ਦੇਖਦੇ ਹਾਂ ਜਾਂ ਜਿਹੜੀਆਂ ਮੰਡੀਆਂ
ਸਰਕਾਰੀ ਪੱਧਰ ਤੇ ਸਥਾਪਿਤ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਲਗਭਗ 8.5% ਜਿਹੜਾ ਇਹਦੇ ਉੱਤੇ ਟੈਕਸ ਪੈਂਦੇ ਹੈ, ਜਿਨ੍ਹਾਂ ਵਿੱਚੋਂ 3% ਟੈਕਸ ਜਿਹੜਾ ਮੰਡੀਕਰਨ ਬੋਰਡ ਦਾ ਹੁੰਦਾ ਹੈ ਤੇ 3% ਜਿਹੜਾ ਟੈਕਸ ਹੈ ਉਹ ਪੇਂਡੂ ਵਿਕਾਸ ਢਾਂਚੇ ਦੇ ਲਈ ਚਲਿਆ ਜਾਂਦਾ ਹੈ ਤੇ 2.5% ਜਿਹੜਾ ਟੈਕਸ ਹੈ ਉਹ ਕਮਿਸ਼ਨ ਦੇ ਰੂਪ ਵਿੱਚ ਜਿਹੜੇ ਆੜ੍ਹਤੀਏ ਨੇ, ਇੱਕ ਸਿਸਟਮ ਬਣਿਆ ਹੋਇਆ, ਚੇਨ ਬਣੀ ਹੋਈ ਹੈ, ਉਹਨਾਂ ਨੂੰ ਜਿਹੜਾ ਹੈਗਾ ਕਮਿਸ਼ਨ ਦੇ ਰੂਪ 'ਚ ਚਲਿਆ ਜਾਂਦਾ ਹੈ। ਜਦ ਕਿ ਜਦੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਕਿਸਾਨ ਵੇਚਣ ਜਾਏਗਾ, ਪ੍ਰਾਈਵੇਟ ਮੰਡੀ ਜਾਏਗਾ, ਤਾਂ ਉੱਥੇ ਜਿਹੜਾ ਹੈਗਾ ਟੈਕਸ ਦੀ ਕੋਈ ਗੱਲ ਨਹੀਂ ਕੀਤੀ ਗਈ, ਕਿਉਂਕਿ ਉਹਨਾਂ ਨੂੰ ਕੋਈ ਟੈਕਸ ਨਹੀਂ ਹੋਏਗਾ। ਇਹਦਾ ਸਿੱਟਾ ਕੀ ਨਿਕਲੇਗਾ? ਜੇਕਰ ਕਿਸਾਨ ਸਰਕਾਰੀ ਮੰਡੀ ਦੇ ਵਿੱਚ ਲੈ ਕੇ ਜਾਂਦਾ ਹੈ ਤਾਂ ਉਹਨੂੰ 8.5% ਟੈਕਸ ਦੇਣਾ ਹੋਏਗਾ, ਜਦ ਕਿ ਪ੍ਰਾਈਵੇਟ ਮੰਡੀ ਦੇ ਵਿੱਚ ਇਹਨਾਂ ਆਰਡੀਨੈਂਸਾਂ ਦੇ ਵਿੱਚ ਕੋਈ ਪ੍ਰਾਵਧਾਨ ਜਿਹੜਾ ਨਹੀਂ ਕੀਤਾ ਗਿਆ। ਪੰਜਾਬ ਦੇ ਵਿੱਚ ਝੋਨੇ ਉੱਤੇ 155 ਰੁਪਏ ਤੇ ਕਣਕ ਦੇ ਉੱਤੇ 165 ਰੁਪਏ ਟੈਕਸ ਲੱਗਦਾ ਹੈ, ਪਰ ਪ੍ਰਾਈਵੇਟ ਮੰਡੀ ਦੇ ਵਿੱਚ ਜਿਹੜਾ ਹੈਗਾ ਇਹ ਟੈਕਸ ਨਹੀਂ ਲੱਗੇਗਾ। ਇਹ ਸਾਰਾ ਮੁਨਾਫਾ ਜਿਹੜਾ ਹੈਗਾ ਪ੍ਰਾਈਵੇਟ ਵਪਾਰੀ ਨੂੰ ਜਾਂ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਹੋਏਗਾ। ਜਦੋਂ ਉਹ ਪ੍ਰਤੀ ਕੁਆਂਟਲ 155 ਤੋਂ ਲੈ ਕੇ 165 ਰੁਪਏ ਤੱਕ ਬਚਾਉਣਗੇ, ਬਚਤ ਕਰਨਗੇ, ਤਾਂ ਉਸ ਬਚਤ ਦੇ ਵਿੱਚੋਂ ਜੇ ਉਹ 65 ਰੁਪਏ ਜਾਂ 60 ਤੋਂ ਲੈ ਕੇ 65 ਰੁਪਏ ਤੱਕ ਕਿਸਾਨ ਨੂੰ ਵੀ ਵੱਧ ਭਾਅ ਦੇ ਦਿੰਦੇ ਹੈ, ਤਾਂ ਉਹ ਕਿਹਾ ਜਾਏਗਾ ਕਿ ਦੇਖੋ ਜੀ ਅਸੀਂ ਕਿਸਾਨ ਦਾ ਜਿਹੜਾ ਫਾਇਦਾ ਕਰਤਾ, ਜਦ ਕਿ ਇਸ ਦੇ ਉਲਟ ਉਸ ਵਪਾਰੀ ਨੂੰ, ਉਸ ਪ੍ਰਾਈਵੇਟ ਜਿਹੜਾ ਆਪਣੇ ਖਰੀਦ ਕਰ ਰਿਹਾ ਹੈ ਉਹਨੂੰ ਲਗਭਗ 100 ਰੁਪਏ ਪ੍ਰਤੀ ਕੁਇੰਟਲ ਮੁਨਾਫਾ ਹੋਏਗਾ। ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਹੱਕਾਂ 'ਤੇ ਜਿਹੜਾ ਡਾਕਾ ਮਾਰ ਕੇ ਤੇ ਰਾਜਾਂ ਦੇ ਹੱਕਾਂ 'ਤੇ ਡਾਕਾ ਮਾਰ ਕੇ ਪ੍ਰਾਈਵੇਟ ਘਰਾਣਿਆਂ ਦੇ ਜਿਹੜੇ ਘਰ ਭਰਨ ਦੇ, ਉਹਨਾਂ ਦੀ ਤਜੂਰੀਆਂ ਭਰਨ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ। ਇੱਕ ਹੋਰ ਬਹੁਤ ਵੱਡਾ ਪਹਿਲੂ ਇਹ ਸਾਰੇ ਸਥਿਤੀ ਦੇ ਵਿੱਚੋਂ ਸਾਡੇ ਨਿਕਲ ਕੇ ਸਾਹਮਣੇ ਆ ਰਿਹਾ ਕਿ ਜਿਸ ਤਰ੍ਹਾਂ ਸਰਕਾਰੀ ਮੰਡੀਆਂ ਦੇ ਵਿੱਚ ਜਿਹੜੀ ਕਣਕ ਵਿਕਣ ਲਈ ਆਉਂਦੀ ਹੈ ਮੰਡੀਆਂ ਦੇ ਵਿੱਚ, ਤਾਂ ਉੱਥੇ ਉਹ ਸਾਂਭ ਸੰਭਾਲ ਤੋਂ ਲੈ ਕੇ ਫੜਾਂ ਦਾ ਪ੍ਰਬੰਧ ਕਰਨ ਤੋਂ ਲੈ ਕੇ ਸਾਰਾ ਪ੍ਰਬੰਧ ਜਿਹੜਾ ਹੈਗਾ, ਭਾਵੇਂ ਉਹਦੀ ਤਲਾਈ ਹੋਵੇ, ਉਹਨੂੰ ਜਿਹੜਾ ਹੈਗਾ ਸਾਫ਼ ਕਰਨਾ ਹੋਵੇ ਜਾਂ ਉਹਦੀ ਸਿਲਾਈ ਕਰਨੀ ਹੋਵੇ ਬੋਰੀਆਂ ਦੀ, ਫਿਰ ਟਰਾਂਸਪੋਰਟੇਸ਼ਨ ਦਾ ਖਰਚਾ ਹੈਗਾ, ਫਿਰ ਜਿਹੜਾ ਹੈਗਾ ਸਾਫ਼ ਸਫਾਈ ਦਾ ਖਰਚਾ ਹੈਗਾ, ਕਹਿਣ ਤੋਂ ਭਾਵ ਹਰ ਤਰ੍ਹਾਂ ਦੇ ਖਰਚੇ ਸਰਕਾਰ ਕਰਦੀ ਹੈ। ਪਰ ਇਹਦੇ ਉਲਟ ਜਦੋਂ ਅਸੀਂ ਪ੍ਰਾਈਵੇਟ ਮੰਡੀ ਦੇ ਵਿੱਚ ਲੈ ਕੇ ਜਾਵਾਂਗੇ ਫਸਲ ਨੂੰ, ਤਾਂ ਉਹ ਟੋਟਲ ਖਰਚੇ, ਭਾਵੇਂ ਉਹ ਤਲਾਈ ਹੋਵੇ ਜਾਂ ਉਹ ਸਫਾਈ ਦਾ ਖਰਚਾ ਹੋਵੇ ਜਾਂ ਜਿਹੜਾ ਹੈਗਾ ਉਹ ਸਿਲਾਈ ਦਾ ਖਰਚਾ ਹੋਵੇ, ਉਹ ਸਾਰਾ ਜਿਹੜਾ ਹੈਗਾ ਕਿਸਾਨ ਨੂੰ ਕਰਨਾ ਹੋਏਗਾ, ਕਿਉਂਕਿ ਇਹਨਾਂ ਆਰਡੀਨੈਂਸਾਂ ਦੇ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਇੱਕ ਹੋਰ ਆਰਡੀਨੈਂਸ ਦੇ ਵਿੱਚ ਕੰਟਰੈਕਟ ਫਾਰਮਿੰਗ ਦੀ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਇਹਨੂੰ ਜਿਹੜਾ ਪ੍ਰਚਾਰਿਆ ਜਾ ਰਿਹਾ, ਬੇਸ਼ੱਕ ਇਹਦਾ ਆਫੀਸ਼ੀਅਲ ਨਾਮ ਨਹੀਂ ਹੈ, ਵਨ ਨੇਸ਼ਨ ਵਨ ਐਗਰੀਕਲਚਰ ਇੱਕ ਜਿਹੜਾ ਹੈਗਾ ਆਫੀਸ਼ੀਅਲ ਨਾਂ ਨਹੀਂ ਹੈ ਇਹ ਜਿਹੜੇ ਆਰਡੀਨੈਂਸਾਂ ਦਾ, ਪਰ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਇਹਦੇ ਨਾਲ ਜਿਹੜਾ ਕਿਸਾਨ ਨੂੰ ਬਹੁਤ ਫਾਇਦਾ ਹੋਏਗਾ। ਉਹ ਜਿਹੜਾ ਕੰਟਰੈਕਟ ਕਰਕੇ ਖੇਤੀ ਕਰ ਸਕਦਾ ਹੈ, ਜਦ ਕਿ ਕੰਟਰੈਕਟ ਫਾਰਮਿੰਗ ਪੱਛਮੀ ਦੇਸ਼ਾਂ ਦੇ ਵਿੱਚ ਵੀ ਫੇਲ ਹੋ ਚੁੱਕੀ ਹੈ ਤੇ ਇਹਦਾ ਜਿਹੜਾ ਅਸੀਂ ਗੁਜਰਾਤ ਦੇ ਵਿੱਚ ਵੀ ਉਦਾਹਰਨ ਕੰਟਰੈਕਟ ਫਾਰਮ ਦੀ ਦੇਖ ਚੁੱਕੇ ਹਾਂ। ਕਿਉਂਕਿ ਪੋਲਟਰੀ ਫਾਰਮ ਦੇ ਉਦਯੋਗ ਨੂੰ ਜੇ ਤੁਸੀਂ ਦੇਖਦੇ ਹਾਂ, ਉਹ ਜ਼ਿਆਦਾ ਜਿਹੜਾ ਹੈਗਾ ਕੰਟਰੈਕਟ ਫਾਰਮਿੰਗ 'ਤੇ ਆਧਾਰਿਤ ਹੁੰਦਾ ਹੈ ਤੇ ਉਹਦੀ ਸਥਿਤੀ ਪੰਜਾਬ ਦੇ ਅੰਦਰ ਕੀ ਹੈ, ਭਾਰਤ ਦੇ ਅੰਦਰ ਕੀ ਹੈ, ਇਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਇੱਕ ਤਰ੍ਹਾਂ ਨਾਲ ਜਿਹੜੇ ਇਹ ਆਰਡੀਨੈਂਸ ਜਾਰੀ ਕੀਤੇ ਗਏ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ, ਇਹਨਾਂ ਤੋਂ ਜਾਪਦਾ ਹੈ ਕਿ ਮੋਦੀ ਸਰਕਾਰ ਜਿਹੜਾ ਹੈਗਾ ਕਿਸਾਨਾਂ ਦੇ ਪੱਖ ਵਿੱਚ ਹੋਣ ਦੀ ਥਾਂ ਜਿਹੜਾ ਉਹ ਸਰਮਾਏਦਾਰੀ ਦਾ ਪੱਖ ਜ਼ਿਆਦਾ ਪੂਰਦੀ ਨਜ਼ਰ ਆ ਰਹੀ ਹੈ। ਇੱਕ ਤਰ੍ਹਾਂ ਨਾਲ ਉਹਨਾਂ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਤਾਂ ਕਿ ਉਹ ਜਿਹੜੇ ਸਟੇਟ ਦਾ ਵਿਸ਼ਾ ਹੈ, ਸੈਂਟਰ ਗੌਰਮੈਂਟ ਉਸ 'ਤੇ ਕਾਬਜ਼ ਹੋ ਜਾਵੇ, ਜਦ ਕਿ ਜਿਹੜੇ ਕਿਸਾਨਾਂ ਦੀ ਲੁੱਟ ਦਾ ਪ੍ਰਬੰਧ ਜਿਹੜਾ ਉਹ ਵਪਾਰੀ ਵਰਗ ਕਰ ਸਕੇ। ਜ਼ਰੂਰੀ ਵਸਤਾਂ ਸੋਧ ਆਰਡੀਨੈਂਸ 2020 ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕਿਸਾਨ ਜਿਹੜਾ ਹੈਗਾ ਉਹ ਆਪਣੀ ਫਸਲ ਨੂੰ ਬੇਸ਼ੱਕ ਪ੍ਰਾਈਵੇਟ ਮੰਡੀ 'ਚ ਵੀ ਨਾ ਵੇਚੇ ਤੇ ਸਰਕਾਰੀ ਮੰਡੀ 'ਚ ਵੀ ਨਾ ਵੇਚੇ, ਉਹ ਆਪਣੀ ਜਿਹੜੀ ਹੈਗੀ ਹੈ ਕਣਕ ਜਾਂ ਝੋਨੇ ਨੂੰ ਸਟੋਰ ਕਰ ਲਵੇ ਤੇ ਜਦੋਂ ਉਹਦੇ ਰੇਟ ਉਹਨੂੰ ਵੱਧ ਮਿਲਣ ਤਾਂ ਉਹ ਵੇਚ ਸਕਦਾ ਹੈ, ਤਾਂ ਕਿ ਉਹਨੂੰ ਜ਼ਿਆਦਾ ਫਾਇਦਾ ਹੋ ਸਕੇ। ਇਸ ਤੱਥ ਨੂੰ ਜਦੋਂ ਅਸੀਂ ਘੋਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਿਉਂਕਿ ਵੱਡੀ ਪੱਧਰ ਦੇ ਉੱਤੇ ਇਹ ਖਬਰਾਂ ਆਉਂਦੀਆਂ ਰਹੀਆਂ ਨੇ ਮੀਡੀਆ ਦੇ ਵਿੱਚ ਕਿ ਜਿਹੜੇ FCI ਹੈ ਜਾਂ ਗੋਦਾਮ ਨੇ ਉਹਨਾਂ ਕੋਲ ਬਕਾਇਦਾ ਪ੍ਰਬੰਧ ਨਹੀਂ ਹੈ ਸਾਂਭ ਸੰਭਾਲ ਦੇ, ਜਿਸ ਕਰਕੇ ਕਰੋੜਾਂ ਟਨ ਜਿਹੜਾ ਅਨਾਜ ਹੈ, ਲੱਖਾਂ ਟਨ ਅਨਾਜ ਜਿਹੜਾ ਖਰਾਬ ਹੋ ਜਾਂਦਾ ਹੈ, ਖਰਾਬ ਮੌਸਮ ਦੇ ਬਰਸਾਤਾਂ ਦੇ ਵਿੱਚ ਭਿੱਜ ਜਾਂਦਾ ਹੈ, ਜਿਸ ਕਰਕੇ ਉਹ ਖਾਣਯੋਗ ਨਹੀਂ ਰਹਿੰਦਾ। ਤੇ ਜੇਕਰ ਸਰਕਾਰ ਜਾਂ FCI ਜਿਹੜੇ ਹੈਗਾ ਇੰਨੇ ਵੱਡੇ ਬਜਟ ਹੋਣ ਦੇ ਬਾਵਜੂਦ ਵੀ ਪ੍ਰਬੰਧ ਨਹੀਂ ਕਰ ਪਾ ਰਹੇ, ਤਾਂ ਤੁਸੀਂ ਕਿਸ ਤਰ੍ਹਾਂ ਆਸ ਕਰ ਸਕਦੇ ਹੋ ਕਿ ਜਿਹੜਾ 5 ਏਕੜ ਤੋਂ ਘੱਟ ਜਦੋਂ ਸਾਡੇ ਦੇਸ਼ ਦੇ ਅੰਦਰ ਜਿਹੜੀ ਕਿਸਾਨੀ ਹੈ 87% ਲੋਕ ਹੈ ਉਹ ਜਿਹੜੇ 5 ਏਕੜ ਤੋਂ ਘੱਟ ਹੈ, ਜਦ ਕਿ ਉਹਨਾਂ ਵਿੱਚੋਂ ਅਸੀਂ ਸ਼ਾਰਟ ਲਿਸਟ ਕਰਦੇ ਹਾਂ ਤਾਂ 67% ਉਹ ਲੋਕ ਹੈ ਜਿਨ੍ਹਾਂ ਦੇ 2.5 ਏਕੜ ਤੱਕ ਕਿਸਾਨੀ ਜਿਹੜੀ ਹੈਗੀ ਹੈ ਉਹਨਾਂ ਕੋਲ ਖੇਤੀਯੋਗ ਜ਼ਮੀਨ ਹੈ। ਤਾਂ ਅਜਿਹੇ ਹਾਲਾਤਾਂ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਹ ਜਿਹੜਾ ਹੈਗਾ ਸਟੋਰ ਕਰਨ ਦਾ ਪ੍ਰਬੰਧ ਕਰ ਲੈਣਗੇ ਜਾਂ ਕਿਸੇ ਦੂਸਰੇ ਸਟੇਟ ਜਾ ਕੇ ਜਿਹੜਾ ਹੈਗਾ ਟਰਾਂਸਪੋਰਟ ਕਰਕੇ ਆਪਣੀ ਫਸਲ ਨੂੰ ਵੇਚ ਦੇਣਗੇ। ਇੱਕ ਤਰ੍ਹਾਂ ਨਾਲ ਇਹ ਜਿਹੜਾ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਕਿਸਾਨੀ ਨੂੰ, ਅਤੇ ਹੌਲੀ ਹੌਲੀ ਜਿਹੜਾ ਹੈਗਾ ਜਿਹੜਾ ਸਰਕਾਰੀ ਮੰਡੀਕਰਨਾਂ ਨੂੰ ਖਤਮ ਕੀਤਾ ਜਾਏਗਾ ਤੇ ਉਹਦੇ ਪੈਰਲਰ
ਜਿਹੜਾ ਪ੍ਰਾਈਵੇਟ ਮੰਡੀਕਰਨ ਸ਼ੁਰੂ ਕਰਨ ਜਾ ਰਹੀ ਹੈ ਸਰਕਾਰ, ਇਹਨੂੰ ਉਤਸ਼ਾਹਿਤ ਕਰਕੇ ਜਿਹੜਾ ਹੈਗਾ ਉਹਨੂੰ ਰਿਪਲੇਸ ਕੀਤਾ ਜਾਏਗਾ ਸਰਕਾਰੀ ਮੰਡੀਆਂ ਦੇ ਨਾਲ। ਇਹ ਬਹੁਤ ਵੱਡਾ ਘਾਟਾ ਜਿਹੜਾ ਹੈਗਾ ਪੰਜਾਬ ਦੇ ਕਿਸਾਨ ਨੂੰ, ਜਿਹੜਾ ਪਹਿਲਾਂ ਹੀ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ, ਆਰਥਿਕ ਤੌਰ ਤੇ ਬੁਰੀ ਤਰ੍ਹਾਂ ਟੁੱਟ ਚੁੱਕਿਆ ਹੈ। ਜਿਹੜੀ ਖੇਤੀ ਹੈ ਅੱਜ ਦੇ ਜ਼ਮਾਨੇ 'ਚ ਇੱਕ ਲਾਹੇਵੰਦ ਧੰਦਾ ਨਹੀਂ ਰਹੀ। ਸੋ ਅਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਖੇਤੀ ਜਿਹੜੀ ਦੇ ਅੰਦਰ ਇਹ ਜਿਹੜੇ ਖੇਤੀ ਸੁਧਾਰਾਂ ਦੇ ਆੜ ਹੇਠ ਇਹ ਆਰਡੀਨੈਂਸ ਜਾਰੀ ਕੀਤੇ ਜਾ ਰਹੇ ਆ, ਇਹਦਾ ਪ੍ਰਭਾਵ ਇੱਕ ਇਹ ਵੀ ਪਏਗਾ ਕਿਉਂਕਿ ਸਰਕਾਰੀ ਮੰਡੀਆਂ ਦੀ ਪੰਜਾਬ ਦੇ ਅੰਦਰ ਬਹੁਤ ਤਾਕਤ ਹੈ, ਜਿਸ ਕਰਕੇ ਲਗਭਗ 2 ਜਾਂ 3 ਪਿੰਡਾਂ ਨੂੰ ਕੋਲੈਬੋਰੇਸ਼ਨ ਕਰਕੇ ਇੱਕ ਮੰਡੀ ਬਣਾਈ ਜਾਂਦੀ ਹੈ। ਜ਼ਿਆਦਾਤਰ ਪੰਜਾਬ ਦੇ ਪਿੰਡਾਂ ਵਿੱਚ ਮੰਡੀਆਂ ਹਨ 5 ਕਿਲੋਮੀਟਰ ਦੇ ਘੇਰੇ ਦੇ ਅੰਦਰ ਅੰਦਰ ਹਨ, ਜਦ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਜਾਂ ਨਹੀਂ ਹੋਏਗਾ ਉਹ ਲਗਭਗ ਤਹਿਸੀਲ ਜਾਂ ਜਿਹੜਾ ਹੈਗਾ ਜ਼ਿਲ੍ਹਾ ਹੈੱਡਕੁਆਟਰ 'ਤੇ ਮੰਡੀਆਂ ਦਾ ਨਿਰਮਾਣ ਕਰਨਗੇ। ਅਤੇ ਇੱਕ ਤਰ੍ਹਾਂ ਢੋਆ ਢਵਾਈ ਦਾ ਜਿਹੜਾ ਵਾਧੂ ਬੋਝ ਹੈ ਉਹ ਵੀ ਜਿਹੜਾ ਕਿਸਾਨਾਂ ਦੇ ਉੱਤੇ ਪਏਗਾ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇਹਨਾਂ ਆਰਡੀਨੈਂਸਾਂ ਦੀ ਚਰਚਾ ਕਰਦੇ ਹਾਂ, ਇਹਨਾਂ ਦਾ ਵਿਆਖਿਆ ਕਰਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਵੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੇ ਜਾਂ ਭਾਰਤ ਦੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ। ਇਸ ਲਈ ਇਹਨਾਂ ਆਰਡੀਨੈਂਸ ਦਾ ਜਿੰਨਾ ਵਿਰੋਧ ਹੋ ਸਕਦਾ ਹੈ ਸਾਨੂੰ ਕਰਨਾ ਚਾਹੀਦਾ ਹੈ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਆਪਣੇ ਸੁਝਾਅ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਸ਼ੇਅਰ ਕਰੋ, ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਹੋਰ ਵੀ ਹੌਸਲੇ ਨਾਲ ਅਜਿਹੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆ ਸਕੀਏ। ਧੰਨਵਾਦ।